हाँ जी प्यारे विद्यार्थियों, ਅੱਜ ਆਪਾਂ ਕਲਾਸ 9th ਦਾ ਜੋ ਤੁਹਾਡਾ ਪ੍ਰੀ ਬੋਰਡ ਦਾ ਪੇਪਰ ਹੋਣਾ ਹੈ ਉਸ ਦੇ ਸੰਬੰਧ ਵਿੱਚ ਅੱਜ ਆਪਾਂ 9th ਕਲਾਸ ਦਾ ਇੱਕ ਸੈਂਪਲ ਪੇਪਰ ਸੋਲਵ ਕਰਾਂਗੇ, ਜਿਸ ਨਾਲ ਤੁਹਾਨੂੰ ਇਹ ਆਈਡੀਆ ਹੋ ਜਾਏਗਾ ਕਿ ਤੁਹਾਡਾ ਸਾਇੰਸ ਦਾ ਪੇਪਰ ਜੋ ਹੈ ਉਹ ਕਿਸ ਤਰ੍ਹਾਂ ਦਾ ਹੋਏਗਾ, ਪੇਪਰ ਦੀ ਬਣਤਰ ਜੋ ਹੈ ਉਹ ਕਿਸ ਤਰ੍ਹਾਂ ਦੀ ਹੋਏਗੀ। ਤਾਂ ਦੇਖੋ ਬੱਚੇ, ਜਿਹੜਾ ਤੁਹਾਡਾ ਪਾਰਟ ਏ ਹੋਏਗਾ, ਭਾਗ ਪਹਿਲਾ ਹੋਏਗਾ, ਉਸ ਦੇ ਵਿੱਚ 5 ਪ੍ਰਸ਼ਨ ਹੋਣਗੇ ਤੇ ਹਰੇਕ ਪ੍ਰਸ਼ਨ ਜਿਹੜਾ ਹੋਏਗਾ ਉਹ 2 ਨੰਬਰ ਦਾ ਹੋਏਗਾ। ਤਾਂ ਪ੍ਰਸ਼ਨ ਦੇਖੋ ਕਿਸ ਤਰ੍ਹਾਂ ਦੇ ਆ ਸਕਦੇ ਆ। ਪਰਮਾਣੂ ਦੇ 3 ਨਿੱਕੜੇ ਅੰਗਾਂ ਦੇ ਨਾਂ ਲਿਖੋ। ਹਾਂਜੀ ਬੱਚੇ, ਪਰਮਾਣੂ ਦੇ 3 ਨਿੱਕੜੇ ਅੰਗਾਂ ਦੇ ਨਾਂ ਕੀ ਹੁੰਦੇ ਨੇ? ਪ੍ਰੋਟੋਨ, ਇਲੈਕਟ੍ਰੋਨ ਅਤੇ ਨਿਊਟਰੋਨ। ਅਗਲਾ ਪ੍ਰਸ਼ਨ ਦੇਖੋ, ਅਸੀਂ ਕਦੋਂ ਕਹਿੰਦੇ ਹਾਂ ਕਿ ਕਾਰਜ ਕੀਤਾ ਗਿਆ ਹੈ? ਹਾਂਜੀ, ਅਸੀਂ ਵਿਗਿਆਨ ਦੀ ਭਾਸ਼ਾ ਵਿੱਚ ਅਸੀਂ ਕਦੋਂ ਕਹਿੰਦੇ ਹਾਂ ਕਿ ਕਾਰਜ ਕੀਤਾ ਗਿਆ ਹੈਗਾ? ਜਦੋਂ ਵਸਤੂ ਉੱਤੇ ਕੋਈ ਬਲ ਲੱਗ ਰਿਹਾ ਹੋਵੇ, ਬਲ ਦੀ ਦਿਸ਼ਾ ਜਾਂ ਉਲਟ ਦਿਸ਼ਾ ਵਿੱਚ ਵਸਤੂ ਕੁਝ ਵਿਸਥਾਪਨ ਕਰਦੀ ਹੋਵੇ, ਤਾਂ ਅਸੀਂ ਕਹਿੰਦੇ ਹਾਂ ਕਿ ਕਾਰਜ ਕੀਤਾ ਗਿਆ ਹੈ। ਹਾਂਜੀ ਬੱਚੇ, ਅਗਲਾ ਪ੍ਰਸ਼ਨ ਦੇਖੋ, 1 ਜੂਲ ਕਾਰਜ ਨੂੰ ਪਰਿਭਾਸ਼ਿਤ ਕਰੋ। ਹਾਂਜੀ, 1 ਜੂਲ ਕੀ ਹੁੰਦਾ ਹੈ? ਹਾਂਜੀ, ਜੇਕਰ ਕੋਈ ਵਸਤੂ 1 ਨਿਊਟਨ ਬਲ ਨਾਲ 1 ਮੀਟਰ ਵਿਸਥਾਪਨ ਬਲ ਦੀ ਦਿਸ਼ਾ ਵਿੱਚ ਕਰਦੀ ਹੈ, ਤਾਂ ਕੀਤਾ ਗਿਆ ਕਾਰਜ ਕਿਹਦੇ ਬਰਾਬਰ ਹੋਏਗਾ ਬੱਚੇ? 1 ਜੂਲ ਦੇ ਬਰਾਬਰ ਹੋਏਗਾ। ਹਾਂਜੀ, ਅਗਲਾ ਪ੍ਰਸ਼ਨ ਦੇਖੋ, ਚੰਗੀ ਸਿਹਤ ਦੀਆਂ ਕੋਈ 2 ਨਿਸ਼ਾਨੀਆਂ ਦੱਸੋ। ਹਾਂਜੀ, ਚੰਗੀ ਸਿਹਤ ਦੀਆਂ ਕੋਈ 2 ਨਿਸ਼ਾਨੀਆਂ ਕਿਹੜੀਆਂ ਨੇ? ਸਾਫ ਸੁਥਰਾ ਆਲਾ ਦੁਆਲਾ ਅਤੇ ਵਾਤਾਵਰਨ ਹੋਣਾ। ਜੇ ਸਾਡਾ ਆਲਾ ਦੁਆਲਾ ਸਾਫ ਸੁਥਰਾ ਹੋਏਗਾ ਤਾਂ ਸਾਡੀ ਸਿਹਤ ਚੰਗੀ ਹੋਏਗੀ। ਅਤੇ ਦੂਸਰੀ ਨਿਸ਼ਾਨੀ ਕੀ ਹੈਗੀ? ਵਧੀਆ ਸਰੀਰਕ, ਮਾਨਸਿਕ ਅਤੇ ਸਮਾਜਿਕ ਸਥਿਤੀ ਦਾ ਹੋਣਾ। ਜੇ ਸਾਡੇ ਸਰੀਰ ਦੀ ਸਥਿਤੀ ਵਧੀਆ ਹੈਗੀ, ਸਾਡੀ ਸੋਚਣੀ ਵਧੀਆ ਹੈ, ਸਾਡਾ ਸਮਾਜ ਹੈ ਜਿਹੜਾ ਆਲੇ ਦੁਆਲੇ ਉਹ ਵਧੀਆ ਹੈਗਾ, ਤਾਂ ਅਸੀਂ ਕਹਿ ਸਕਦੇ ਹਾਂ ਕਿ ਸਾਡੀ ਸਿਹਤ ਜਿਹੜੀ ਹੈਗੀ ਉਹ ਚੰਗੀ ਹੋਏਗੀ। ਹਾਂਜੀ ਬੱਚੇ, ਅਗਲਾ ਪ੍ਰਸ਼ਨ ਦੇਖੋ, ਮਨੁੱਖ ਦੀਆਂ 3 ਕਿਰਿਆਵਾਂ ਦਾ ਵਰਣਨ ਕਰੋ ਜਿਹੜੀਆਂ ਹਵਾ ਪ੍ਰਦੂਸ਼ਣ ਵਿੱਚ ਸਹਾਇਕ ਹਨ। ਹਾਂਜੀ, ਉਹ ਕਿਹੜੀਆਂ 3 ਕਿਰਿਆਵਾਂ ਨੇ ਜਿਹੜੀਆਂ ਮਨੁੱਖ ਦੁਆਰਾ ਕੀਤੀਆਂ ਜਾਂਦੀਆਂ ਨੇ ਅਤੇ ਉਹ ਹਵਾ ਦਾ ਪ੍ਰਦੂਸ਼ਣ ਕਰਦੀਆਂ ਨੇ? ਹਾਂਜੀ, ਪਹਿਲੀ ਦੇਖੋ, ਕਾਰਖਾਨਿਆਂ ਦੁਆਰਾ ਪੈਦਾ ਕੀਤੀਆਂ ਹਾਨੀਕਾਰਕ ਗੈਸਾਂ। ਦੂਜਾ ਹੈ ਕੋਲਾ ਅਤੇ ਪੈਟਰੋਲੀਅਮ ਵਰਗੇ ਪਥਰਾਟੀ ਬਾਲਣਾਂ ਦਾ ਜਲਣਾ। ਤੀਜਾ ਹੈ ਪਰਾਲੀ ਆਦਿ ਖੇਤੀ ਉਪਜਾਂ ਨੂੰ ਜਲਾਉਣਾ। ਹਾਂਜੀ ਬੱਚੇ, ਅੱਗੇ ਆ ਗਿਆ ਆਪਣਾ ਪਾਰਟ ਬੀ। ਇਸ ਬੀ ਭਾਗ ਦੇ ਜਿਹੜੇ ਵੀ ਪ੍ਰਸ਼ਨ ਨੇ, ਹਰੇਕ ਪ੍ਰਸ਼ਨ ਜਿਹੜਾ ਹੈਗਾ ਉਹ 3 ਨੰਬਰ ਦਾ ਹੈ। ਇਸ ਦੇ ਵਿੱਚ ਕਿਸ ਤਰ੍ਹਾਂ ਦੇ ਪ੍ਰਸ਼ਨ ਆ ਸਕਦੇ ਨੇ? ਦੇਖੋ, ਪਹਿਲਾ ਪ੍ਰਸ਼ਨ, ਰਦਰਫੋਰਡ ਦੇ ਪਰਮਾਣੂ ਮਾਡਲ ਦੀਆਂ ਕੀ ਖਾਮੀਆਂ ਹਨ? ਹਾਂਜੀ, ਰਦਰਫੋਰਡ ਦੇ ਪਰਮਾਣੂ ਮਾਡਲ ਵਿੱਚ ਕੀ ਖਾਮੀਆਂ ਨੇ? ਇਹ ਮਾਡਲ ਪਰਮਾਣੂ ਦੀ ਸਥਿਰਤਾ ਨੂੰ ਨਹੀਂ ਸਮਝਾ ਸਕਿਆ। ਇਹ ਮਾਡਲ ਹਾਈਡਰੋਜਨ ਅਤੇ ਹੋਰ ਪਰਮਾਣੂਆਂ ਦੇ ਸਪੈਕਟਰਮ ਬਾਰੇ ਵਿਆਖਿਆ ਨਹੀਂ ਕਰ ਸਕਿਆ। ਹਾਂਜੀ, ਅਗਲਾ ਪ੍ਰਸ਼ਨ ਦੇਖੋ, ਮੁਕਤ ਰੂਪ ਵਿੱਚ ਡਿੱਗਦਾ ਇੱਕ ਪਿੰਡ ਜੋ ਧਰਤੀ ਤੱਕ ਪਹੁੰਚਣ ਤੱਕ ਰੁਕ ਜਾਂਦਾ ਹੈ, ਇਸ ਦੀ ਗਤਿਜ ਊਰਜਾ ਦਾ ਕੀ ਹੁੰਦਾ ਹੈ? ਹਾਂਜੀ, ਮੁਕਤ ਰੂਪ ਵਿੱਚ ਡਿੱਗ ਰਹੇ ਪਿੰਡ ਦੀ ਗਤਿਜ ਊਰਜਾ, ਤਾਪ ਊਰਜਾ, ਧੁਨੀ ਊਰਜਾ ਅਤੇ ਪਿੰਡ ਦੇ ਆਕਾਰ ਪਰਿਵਰਤਨ ਕਾਰਨ ਸਮਾਈ ਸਥਿਤਿਜ ਊਰਜਾ ਵਿੱਚ ਪਰਿਵਰਤਿਤ ਹੋ ਜਾਂਦੀ ਹੈ। ਹਾਂਜੀ, ਅਗਲਾ ਪ੍ਰਸ਼ਨ ਦੇਖੋ, ਧੁਨੀ ਦਾ ਉੱਚਾਪਨ ਅਤੇ ਤੀਬਰਤਾ ਵਿੱਚ ਅੰਤਰ ਦੱਸੋ। ਧੁਨੀ ਦਾ ਉੱਚਾਪਨ ਕੀ ਹੁੰਦਾ ਹੈ ਅਤੇ ਧੁਨੀ ਦੀ ਤੀਬਰਤਾ ਕੀ ਹੁੰਦੀ ਹੈ? ਹਾਂਜੀ, ਪਹਿਲਾਂ ਦੇਖੋ, ਧੁਨੀ ਦਾ ਉੱਚਾਪਨ। ਉੱਚਾਪਨ ਦੱਸਦਾ ਹੈ ਕਿ ਕੋਈ ਧੁਨੀ ਕਿਸੇ ਸਰੋਤ ਨੂੰ ਕਿੰਨੀ ਉੱਚੀ ਜਾਂ ਧੀਮੀ ਸੁਣਦੀ ਹੈ। ਧੁਨੀ ਦੀ ਤੀਬਰਤਾ, ਧੁਨੀ ਦੀ ਤੀਬਰਤਾ ਧੁਨੀ ਦੁਆਰਾ ਲਿਜਾਈ ਜਾ ਰਹੀ ਇਕਾਈ ਖੇਤਰਫਲ ਵਿੱਚ ਊਰਜਾ ਨੂੰ ਕਹਿੰਦੇ ਹਨ। ਹਾਂਜੀ, ਧੁਨੀ ਦਾ ਉੱਚਾਪਨ ਦੇਖੋ,
ਉੱਚਾਪਨ ਧੁਨੀ ਦੇ ਆਯਾਮ ਉੱਤੇ ਨਿਰਭਰ ਕਰਦਾ ਹੈ, ਜਦਕਿ ਤੀਬਰਤਾ ਜੋ ਹੈ ਤੀਬਰਤਾ ਧੁਨੀ ਦੀ ਆਵ੍ਰਿਤੀ ਨਿਰਧਾਰਿਤ ਕਰਦੀ ਹੈ। ਧੁਨੀ ਦਾ ਉੱਚਾਪਨ ਹੈ ਜਿਹੜਾ ਉਸ ਦੀ ਇਕਾਈ ਕੀ ਹੈਗੀ ਡੈਸੀਬਲ, ਜਦਕਿ ਧੁਨੀ ਦੀ ਤੀਬਰਤਾ ਦੀ ਇਕਾਈ ਕੀ ਹੈਗੀ ਵਾਟ ਪ੍ਰਤੀ ਵਰਗ ਮੀਟਰ ਜਾਂ W/m²। ਹਾਂਜੀ ਅੱਗੇ ਦੇਖੋ, ਛੂਤ ਦੇ ਰੋਗਾਂ ਨੂੰ ਫੈਲਣ ਤੋਂ ਰੋਕਣ ਲਈ ਤੁਹਾਡੇ ਸਕੂਲ ਵਿੱਚ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਜ਼ਰੂਰੀ ਹਨ। ਹਾਂਜੀ ਛੂਤ ਦੇ ਰੋਗਾਂ ਨੂੰ ਫੈਲਣ ਤੋਂ ਰੋਕਣ ਲਈ ਸਾਡੇ ਸਕੂਲ ਵਿੱਚ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਜ਼ਰੂਰੀ ਨੇ। ਪਹਿਲਾ, ਰੋਗੀ ਵਿਦਿਆਰਥੀ ਤੋਂ ਦੂਰੀ ਬਣਾਈ ਰੱਖਣਾ। ਦੂਸਰਾ, ਖਾਂਸੀ ਅਤੇ ਛਿੱਕਣ ਸਮੇਂ ਮੂੰਹ ਨੂੰ ਢੱਕ ਲੈਣਾ ਚਾਹੀਦਾ ਹੈ। ਸਕੂਲ ਦੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣਾ। ਸਾਫ਼ ਪੀਣ ਯੋਗ ਪਾਣੀ ਦੀ ਵਰਤੋਂ ਕਰਨਾ। ਤਾਂ ਇਸ ਤਰ੍ਹਾਂ ਅਸੀਂ ਛੂਤ ਦੇ ਰੋਗਾਂ ਨੂੰ ਫੈਲਣ ਤੋਂ ਰੋਕਣ ਲਈ ਅਸੀਂ ਸਕੂਲ ਵਿੱਚ ਇਹ ਸਾਵਧਾਨੀਆਂ ਵਰਤ ਸਕਦੇ ਹਾਂ ਕਿ ਰੋਗੀ ਵਿਦਿਆਰਥੀ ਤੋਂ ਦੂਰੀ ਬਣਾ ਕੇ ਰੱਖੀਏ, ਖਾਂਸੀ ਅਤੇ ਛਿੱਕਣ ਸਮੇਂ ਮੂੰਹ ਨੂੰ ਢੱਕ ਕੇ ਰੱਖੀਏ, ਸਕੂਲ ਦੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖੀਏ ਅਤੇ ਸਾਫ਼ ਪੀਣ ਯੋਗ ਪਾਣੀ ਦੀ ਵਰਤੋਂ ਕਰੀਏ। ਹਾਂਜੀ ਬੱਚੇ ਅਗਲਾ ਪ੍ਰਸ਼ਨ ਦੇਖੋ, ਜੀਵਨ ਲਈ ਵਾਯੂਮੰਡਲ ਦੀ ਕਿਉਂ ਜ਼ਰੂਰਤ ਹੈ। ਜੀਵਨ ਲਈ ਵਾਯੂਮੰਡਲ ਕਿਉਂ ਜ਼ਰੂਰੀ ਹੈ। ਹਾਂਜੀ ਜੀਵਨ ਲਈ ਵਾਯੂਮੰਡਲ ਕਿਉਂ ਜ਼ਰੂਰੀ ਹੈ, ਕਿਉਂਕਿ ਪੌਦਿਆਂ ਲਈ ਜ਼ਰੂਰੀ ਵੱਖ-ਵੱਖ ਗੈਸਾਂ ਵਾਯੂਮੰਡਲ ਵਿੱਚ ਮੌਜੂਦ ਹਨ। ਸਾਹ ਕਿਰਿਆ ਅਤੇ ਜਲਨ ਕਿਰਿਆ ਲਈ ਜ਼ਰੂਰੀ ਆਕਸੀਜਨ ਗੈਸ ਵਾਯੂਮੰਡਲ ਵਿੱਚ ਮੌਜੂਦ ਹੈ। ਵਾਯੂਮੰਡਲ ਵਿੱਚ ਮੌਜੂਦ ਓਜ਼ੋਨ ਪਰਤ ਜੀਵਾਂ ਨੂੰ ਹਾਨੀਕਾਰਕ ਪੈਰਾਵੈਂਗਣੀ ਵਿਕਰਨਾਂ ਤੋਂ ਬਚਾਉਂਦੀ ਹੈ। ਵਾਯੂਮੰਡਲ ਜੀਵਨ ਲਈ ਜ਼ਰੂਰੀ ਉਚਿਤ ਤਾਪਮਾਨ ਬਣਾਈ ਰੱਖਣ ਵਿੱਚ ਸਹਾਇਤਾ ਕਰਦਾ ਹੈ। ਹਾਂਜੀ ਬੱਚੇ ਅਗਲਾ ਕੁਐਸਚਨ ਦੇਖੋ, ਪੌਦੇ ਆਪਣੇ ਪੋਸ਼ਕ ਤੱਤ ਕਿਵੇਂ ਪ੍ਰਾਪਤ ਕਰਦੇ ਹਨ। ਹਾਂਜੀ ਪੌਦੇ ਆਪਣੇ ਪੋਸ਼ਕ ਤੱਤ ਕਿਵੇਂ ਪ੍ਰਾਪਤ ਕਰਦੇ ਨੇ। ਹਾਂਜੀ ਪੌਦੇ ਆਪਣੇ ਪੋਸ਼ਕ ਤੱਤ ਹਵਾ, ਪਾਣੀ ਅਤੇ ਮਿੱਟੀ ਤੋਂ ਪ੍ਰਾਪਤ ਕਰਦੇ ਹਨ। ਪੌਦਿਆਂ ਲਈ 16 ਪੋਸ਼ਕ ਤੱਤ ਜ਼ਰੂਰੀ ਹਨ। ਹਵਾ ਤੋਂ ਕਾਰਬਨ ਅਤੇ ਆਕਸੀਜਨ, ਪਾਣੀ ਤੋਂ ਹਾਈਡਰੋਜਨ ਅਤੇ ਆਕਸੀਜਨ ਅਤੇ ਬਾਕੀ ਦੇ 13 ਪੋਸ਼ਕ ਤੱਤ ਮਿੱਟੀ ਤੋਂ ਪ੍ਰਾਪਤ ਹੁੰਦੇ ਹਨ। ਹਾਂਜੀ ਬੱਚੇ ਅੱਗੇ ਆ ਗਿਆ ਪਾਰਟ ਸੀ ਜਾਂ ਇਹਦਾ ਤੀਜਾ ਭਾਗ। ਤਾਂ ਇਸ ਦੇ ਲਈ ਹਰੇਕ ਪ੍ਰਸ਼ਨ ਦੇ ਕਿੰਨੇ ਨੰਬਰ ਨੇ 4 ਅਤੇ ਇਹਨਾਂ ਪ੍ਰਸ਼ਨਾਂ ਦੇ ਵਿੱਚ ਬੱਚੇ ਤੁਹਾਨੂੰ ਆਪਸ ਦੇ ਵਿੱਚ ਛੂਟ ਹੋਏਗੀ। ਤੁਹਾਨੂੰ 6 ਪ੍ਰਸ਼ਨ ਦਿੱਤੇ ਗਏ ਹੋਣਗੇ ਅਤੇ ਉਹਨਾਂ ਦੇ ਵਿੱਚੋਂ ਤੁਸੀਂ 3 ਪ੍ਰਸ਼ਨ ਕਰਨੇ ਹੋਣਗੇ। ਜਿਸ ਤਰ੍ਹਾਂ ਕਿ ਦੇਖੋ ਪਹਿਲਾ ਪ੍ਰਸ਼ਨ ਹੈ, ਕਲੋਰੀਨ, ਸਲਫਰ ਅਤੇ ਮੈਗਨੀਸ਼ੀਅਮ ਦੀ ਪਰਮਾਣੂ ਸੰਖਿਆ ਤੋਂ ਤੁਸੀਂ ਇਹਨਾਂ ਦੀ ਸੰਯੋਜਕਤਾ ਕਿਵੇਂ ਪ੍ਰਾਪਤ ਕਰੋਗੇ। ਹਾਂਜੀ ਬੱਚੇ ਦੇਖੋ ਕਲੋਰੀਨ ਦਾ ਪਰਮਾਣੂ ਅੰਕ ਕਿੰਨਾ ਹੁੰਦਾ ਹੈ 17। ਇਸ ਨੂੰ ਆਪਾਂ ਕਿਵੇਂ ਲਿਖਦੇ ਹਾਂ, ਪਹਿਲੀ ਸ਼ੈਲ ਦੇ ਵਿੱਚ 2 ਇਲੈਕਟ੍ਰੋਨ, ਅਗਲੀ 'ਚ 8 ਅਤੇ ਤੀਜੀ ਦੇ ਵਿੱਚ 7। ਕਲੋਰੀਨ ਨੂੰ ਆਪਣੀ ਬਾਹਰਲੀ ਸ਼ੈਲ ਦੇ ਪੂਰੀ ਭਰਨ ਦੇ ਲਈ ਕਿੰਨੇ ਇਲੈਕਟ੍ਰੋਨ ਚਾਹੀਦੇ ਨੇ 1, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਬਾਹਰਲੀ ਸ਼ੈਲ ਦੇ ਵਿੱਚ ਵੱਧ ਤੋਂ ਵੱਧ ਕਿੰਨੇ ਇਲੈਕਟ੍ਰੋਨ ਆ ਸਕਦੇ 8 ਅਤੇ ਕਲੋਰੀਨ ਕੋਲ ਕਿੰਨੇ ਨੇ 7। ਤਾਂ ਕਲੋਰੀਨ ਨੂੰ ਆਪਣਾ ਬਾਹਰਲਾ ਸ਼ੈਲ ਭਰਨ ਦੇ ਲਈ 1 ਇਲੈਕਟ੍ਰੋਨ ਦੀ ਲੋੜ ਹੈ। ਇਸ ਲਈ ਇਸ ਦੀ ਸੰਯੋਜਤਾ ਕਿੰਨੀ ਹੈ -1। ਤਾਂ ਬੱਚੇ ਇੱਥੇ -1 ਕਿਉਂ ਲਿਖਿਆ ਹੈਗਾ, ਕਿਉਂਕਿ ਕਲੋਰੀਨ ਹੈ ਜਿਹੜਾ ਇਹ ਕਿਸੇ ਹੋਰ ਤੋਂ 1 ਇਲੈਕਟ੍ਰੋਨ ਪ੍ਰਾਪਤ ਕਰੂਗਾ। ਤਾਂ ਜਦੋਂ ਕੋਈ ਤੱਤ ਕਿਸੇ ਹੋਰ ਤੋਂ ਇਲੈਕਟ੍ਰੋਨ ਲੈਂਦਾ ਹੈਗਾ ਤਾਂ ਉਹ ਜਿੰਨੇ ਇਲੈਕਟ੍ਰੋਨ ਲੈਂਦਾ ਹੈਗਾ ਉਸ ਦੇ ਉੱਤੇ ਓਨਾ ਹੀ ਰਿਣ ਚਾਰਜ ਜਾਂ ਮਾਈਨਸ ਚਾਰਜ ਆ ਜਾਂਦਾ ਹੈ। ਤਾਂ ਕਿਉਂਕਿ ਕਲੋਰੀਨ ਕਿਸੇ ਹੋਰ ਤੱਤ ਤੋਂ 1 ਇਲੈਕਟ੍ਰੋਨ ਲਊਗਾ ਤਾਂ ਇਸ ਲਈ ਕਲੋਰੀਨ ਦੀ ਸੰਯੋਜਤਾ ਕਿੰਨੀ ਹੈ -1। ਇਸੇ ਤਰ੍ਹਾਂ ਹੀ ਦੇਖੋ ਬੱਚੇ ਸਲਫਰ ਦਾ ਪਰਮਾਣੂ ਅੰਕ ਹੈ 16। ਇਹਦੀ ਸਭ ਤੋਂ ਅੰਦਰਲੀ ਸ਼ੈਲ ਦੇ ਵਿੱਚ ਨੇ 2 ਇਲੈਕਟ੍ਰੋਨ, ਉਦੋਂ ਅਗਲੀ ਸ਼ੈਲ ਦੇ ਵਿੱਚ ਨੇ 8 ਅਤੇ ਸਭ ਤੋਂ ਬਾਹਰਲੀ ਸ਼ੈਲ ਦੇ ਵਿੱਚ ਕਿੰਨੇ ਇਲੈਕਟ੍ਰੋਨ ਇਹਦੇ ਕੋਲੇ 6। ਤਾਂ ਹੁਣ ਕਿਉਂਕਿ ਸਲਫਰ ਕੋਲੇ ਬਾਹਰਲੀ ਸ਼ੈਲ ਦੇ ਵਿੱਚ 6 ਇਲੈਕਟ੍ਰੋਨ ਨੇ ਤਾਂ ਇਸ ਨੂੰ ਆਪਣੀ ਸ਼ੈਲ ਦੇ ਵਿੱਚ 8 ਇਲੈਕਟ੍ਰੋਨ ਪੂਰੇ ਕਰਨ ਦੇ ਲਈ ਕਿੰਨੇ ਇਲੈਕਟ੍ਰੋਨ ਚਾਹੀਦੇ ਨੇ ਹੋਰ 2।
ਤਾਂ ਇਹ ਕਿਸੇ ਹੋਰ ਤੱਤ ਤੋਂ 2 ਇਲੈਕਟ੍ਰੋਨ ਲਊਗਾ। ਤਾਂ ਜਦੋਂ ਸਲਫਰ ਕਿਸੇ ਹੋਰ ਤੱਤ ਤੋਂ 2 ਇਲੈਕਟ੍ਰੋਨ ਲਊਗਾ ਤਾਂ ਇਹਦੇ ਉੱਤੇ ਕਿਹੜਾ ਚਾਰਜ ਆ ਜਾਊਗਾ ਬੱਚੇ? ਮਾਈਨਸ ਦਾ। ਤਾਂ ਕਿੰਨੇ ਇਲੈਕਟ੍ਰੋਨ ਲੈ ਰਿਹਾ ਹੈ? 2 ਲੈ ਰਿਹਾ ਹੈ। ਤਾਂ ਇਸ ਲਈ ਸਲਫਰ ਦੀ ਸੰਯੋਜਤਾ ਕਿੰਨੀ ਹੋ ਜਾਏਗੀ? -2। ਹਾਂਜੀ, ਇਸੇ ਤਰ੍ਹਾਂ ਬੱਚੇ ਦੇਖੋ ਮੈਗਨੀਸ਼ੀਅਮ ਦਾ ਪਰਮਾਣੂ ਅੰਕ ਕਿੰਨਾ ਹੈਗਾ? 12। Z ਕਿੰਨਾ ਹੈਗਾ? 12। ਤਾਂ ਇਹਦੀ ਸਭ ਤੋਂ ਅੰਦਰਲੀ ਸ਼ੈਲ ਜਿਹੜੀ K ਸ਼ੈਲ ਹੈ ਉਹਦੇ ਵਿੱਚ 2 ਇਲੈਕਟ੍ਰੋਨ ਹੋਣਗੇ, L ਸ਼ੈਲ ਦੇ ਵਿੱਚ 8, M ਸ਼ੈਲ ਦੇ ਵਿੱਚ ਕਿੰਨੇ ਹੋਣਗੇ? 2। ਹਾਂਜੀ, ਹੁਣ ਦੇਖੋ ਕਿਉਂਕਿ ਇਹਦੀ ਸਭ ਤੋਂ ਬਾਹਰਲੀ ਸ਼ੈਲ ਦੇ ਵਿੱਚ 2 ਇਲੈਕਟ੍ਰੋਨ ਨੇ ਤਾਂ ਇਸ ਨੂੰ ਆਪਣੀ ਬਾਹਰਲੀ ਸ਼ੈਲ ਦੇ ਵਿੱਚ 8 ਇਲੈਕਟ੍ਰੋਨ ਪੂਰੇ ਕਰਨ ਲਈ ਕਿੰਨੇ ਇਲੈਕਟ੍ਰੋਨ ਚਾਹੀਦੇ ਨੇ? 6। ਤਾਂ ਮੈਗਨੀਸ਼ੀਅਮ ਦੇ ਲਈ ਕਿਸੇ ਹੋਰ ਤੋਂ 6 ਇਲੈਕਟ੍ਰੋਨ ਲੈਣੇ ਔਖੇ ਨੇ। ਤਾਂ ਇਸ ਲਈ 6 ਇਲੈਕਟ੍ਰੋਨ ਲੈਣ ਦੀ ਥਾਂ ਦੇ ਉੱਤੇ ਇਹ ਆਪਣੇ 2 ਇਲੈਕਟ੍ਰੋਨ ਜਿਹੜੇ ਕਿਸੇ ਹੋਰ ਨੂੰ ਦੇ ਦੂਗਾ ਅਤੇ ਇਹਦੀ ਫਿਰ ਬਾਹਰਲੀ ਸ਼ੈਲ ਜਿਹੜੀ ਉਹ ਖਤਮ ਹੋ ਜੂਗੀ ਅਤੇ ਅੰਦਰਲੀ ਜਿਹੜੀ ਐਲ ਸ਼ੈਲ ਹੋਊਗੀ ਉਹਦੇ ਵਿੱਚ ਇਹਦੇ ਕੋਲ 8 ਇਲੈਕਟ੍ਰੋਨ ਹੈਗੇ ਨੇ। ਤਾਂ ਕਿਉਂਕਿ ਮੈਗਨੀਸ਼ੀਅਮ ਹੈ ਜਿਹੜਾ ਇਹ ਆਪਣੀ ਸਭ ਤੋਂ ਬਾਹਰਲੀ ਸ਼ੈਲ ਦੇ ਜਿਹੜੇ ਇਲੈਕਟ੍ਰੋਨ ਨੇ ਉਹ ਕਿਸੇ ਨੂੰ ਦੇ ਦੂਗਾ ਤਾਂ ਜਿਹੜਾ ਤੱਤ ਆਪਣੇ ਇਲੈਕਟ੍ਰੋਨ ਕਿਸੇ ਹੋਰ ਨੂੰ ਦਿੰਦਾ ਹੈਗਾ ਉਹਦੇ ਕੋਲ ਜਿੰਨੇ ਇਲੈਕਟ੍ਰੋਨ ਘੱਟ ਜਾਂਦੇ ਨੇ ਤਾਂ ਓਨਾ ਉਸ ਦੇ ਉੱਤੇ ਪਲੱਸ ਚਾਰਜ ਆ ਜਾਂਦਾ ਹੈ। ਤਾਂ ਕਿਉਂਕਿ ਮੈਗਨੀਸ਼ੀਅਮ ਹੈ ਜਿਹੜਾ ਇਹ ਆਪਣੇ 2 ਇਲੈਕਟ੍ਰੋਨ ਕਿਸੇ ਹੋਰ ਨੂੰ ਦੇ ਦੂਗਾ ਤਾਂ ਇਸ ਲਈ ਮੈਗਨੀਸ਼ੀਅਮ ਦੀ ਸੰਯੋਜਤਾ ਕਿੰਨੀ ਹੋ ਜੂਗੀ? +2। +2 ਕਿਉਂ ਹੈ? ਕਿਉਂਕਿ ਇਸ ਨੇ ਆਪਣੇ 2 ਇਲੈਕਟ੍ਰੋਨ ਕਿਸੇ ਹੋਰ ਤੱਤ ਨੂੰ ਦੇਣੇ ਨੇ, ਕਿਸੇ ਹੋਰ ਤੱਤ ਨੂੰ ਦੇ ਦੂਗਾ ਤਾਂ ਇਹ ਆਪਣੇ 2 ਇਲੈਕਟ੍ਰੋਨ ਗਵਾ ਕੇ ਆਪਣੀ ਬਾਹਰਲੀ ਸ਼ੈਲ ਦੇ ਵਿੱਚ 8 ਇਲੈਕਟ੍ਰੋਨ ਨੇ ਪੂਰੇ ਕਰ ਲੂਗਾ। ਤਾਂ ਇਸ ਲਈ ਮੈਗਨੀਸ਼ੀਅਮ ਦੀ ਸੰਯੋਜਤਾ ਕਿੰਨੀ ਹੈ ਬੱਚੇ? +2। ਤਾਂ ਬੱਚੇ ਇਹ ਜਿਹੜਾ ਈਡੀ ਹੈ ਮੈਗਨੀਸ਼ੀਅਮ ਹੈ ਇਹਦੇ ਨੀਚੇ ਦੇਖੋ ਕਲੋਰੀਨ ਲਿਖਿਆ ਗਿਆ ਤਾਂ ਬੱਚੇ ਇਹ ਪ੍ਰਿੰਟਿੰਗ ਮਿਸਟੇਕ ਹੈ। ਇੱਥੇ ਤੁਸੀਂ ਮੈਗਨੀਸ਼ੀਅਮ ਲਿਖਣਾ ਹੈ। ਮੈਗਨੀਸ਼ੀਅਮ ਨੂੰ ਆਪਣੀ ਬਾਹਰਲੀ ਸ਼ੈਲ ਖਾਲੀ ਕਰਨ ਲਈ 2 ਇਲੈਕਟ੍ਰੋਨਾਂ ਦੀ ਲੋੜ ਹੈ, ਇਸ ਲਈ ਇਸ ਦੀ ਸੰਯੋਜਤਾ ਕਿੰਨੀ ਹੈਗੀ? +2। ਜਿਹੜਾ ਮੈਗਨੀਸ਼ੀਅਮ ਹੈ ਜਿਹੜਾ ਉਹ ਆਪਣੀ ਬਾਹਰਲੀ ਸ਼ੈਲ ਦੇ ਵਿੱਚ 8 ਇਲੈਕਟ੍ਰੋਨ ਪੂਰੇ ਕਰਨ ਦੇ ਲਈ ਕੀ ਕਰੇਗਾ? ਆਪਣੀ ਸਭ ਤੋਂ ਬਾਹਰਲੀ ਸ਼ੈਲ ਹੈ ਜਿਹੜੀ ਉਹਦੇ ਵਿੱਚੋਂ 2 ਇਲੈਕਟ੍ਰੋਨ ਕਿਸੇ ਹੋਰ ਤੱਤ ਨੂੰ ਦੇ ਦੂਗਾ ਜਾਂ ਕਹਿ ਲਓ ਵੀ ਆਪਣੇ ਵਿੱਚੋਂ 2 ਇਲੈਕਟ੍ਰੋਨ ਉਹ ਕੱਢ ਦੂਗਾ। ਤਾਂ ਜਿਹੜਾ ਤੱਤ ਆਪਣੇ ਵਿੱਚੋਂ 2 ਇਲੈਕਟ੍ਰੋਨ ਕੱਢ ਰਿਹਾ ਹੈਗਾ ਤਾਂ ਉਹਦੇ ਉੱਤੇ ਓਨਾ ਹੀ ਧਨ ਚਾਰਜ ਆ ਜਾਊਗਾ। ਤਾਂ ਇਸ ਦੇ ਲਈ ਮੈਗਨੀਸ਼ੀਅਮ ਦੀ ਸੰਯੋਜਤਾ ਕਿੰਨੀ ਆ ਜਾਏਗੀ ਬੱਚੇ? +2। ਤਾਂ ਇਹਦੇ ਨੀਚੇ ਕਲੋਰੀਨ ਦੀ ਥਾਂ ਦੇ ਉੱਤੇ ਤੁਸੀਂ ਕੀ ਲਿਖ ਲੈਣਾ ਹੈਗਾ? ਮੈਗਨੀਸ਼ੀਅਮ। ਇਹ ਬੱਚੇ ਥੋੜ੍ਹੀ ਪ੍ਰਿੰਟਿੰਗ ਮਿਸਟੇਕ ਹੈ, ਇਹ ਠੀਕ ਕਰ ਲਿਓ। ਹਾਂਜੀ ਬੱਚੇ, ਇਹਦੇ ਨਾਲ ਜਿਹੜਾ ਚੋਇਸ ਵਾਲਾ ਕੁਐਸਚਨ ਬਣਦਾ ਹੈਗਾ ਉਹ ਹੈਗਾ ਗਾ ਬੋਹਰ ਦੇ ਪਰਮਾਣੂ ਮਾਡਲ ਦੀ ਵਿਆਖਿਆ ਕਰੋ। ਹਾਂਜੀ, ਬੋਹਰ ਦਾ ਪਰਮਾਣੂ ਮਾਡਲ ਹੈ ਜਿਹੜਾ ਉਹ ਕੀ ਦੱਸਦਾ ਸੀ? ਹਾਂਜੀ, ਬੋਹਰ ਦਾ ਪਰਮਾਣੂ ਮਾਡਲ ਕੀ ਦੱਸਦਾ ਸੀਗਾ ਕਿ ਪਰਮਾਣੂ ਦਾ ਸਾਰਾ ਧਨ ਚਾਰਜ ਅਤੇ ਲਗਭਗ ਸਾਰਾ ਪੁੰਜ। ਪਰਮਾਣੂ ਦਾ ਪੁੰਜ ਕਿਸ ਦਾ ਬਣਿਆ ਹੁੰਦਾ ਹੈ? ਪਰਮਾਣੂ ਦੇ ਵਿੱਚ ਪ੍ਰੋਟੋਨ ਅਤੇ ਨਿਊਟਰੋਨ ਨੇ ਜਿਹੜੇ ਉਹਨਾਂ ਕਰਕੇ ਪਰਮਾਣੂ ਦਾ ਪੁੰਜ ਹੁੰਦਾ ਹੈਗਾ। ਤਾਂ ਪਰਮਾਣੂ ਦਾ ਸਾਰਾ ਧਨ ਚਾਰਜ ਅਤੇ ਲਗਭਗ ਸਾਰਾ ਪੁੰਜ ਪਰਮਾਣੂ ਦੇ ਕੇਂਦਰ ਵਿੱਚ ਮੌਜੂਦ ਹੁੰਦਾ ਹੈ ਜਿਸ ਨੂੰ ਕੀ ਕਿਹਾ ਜਾਂਦਾ ਬੱਚੇ? ਨਿਊਕਲੀਅਸ ਜਾਂ ਕੇਂਦਰਕ। ਹਾਂਜੀ, ਰਿਣ ਚਾਰਜਿਤ ਇਲੈਕਟ੍ਰੋਨ ਕੁਝ ਵਿਸ਼ੇਸ਼ ਔਰਬਿਟਾਂ ਦੇ ਵਿੱਚ ਚੱਕਰ ਲਗਾਉਂਦੇ ਰਹਿੰਦੇ ਹਨ। ਹਾਂਜੀ, ਹੋਰ ਕੀ ਦੱਸਦਾ ਸੀ ਬੋਹਰ ਦਾ ਪਰਮਾਣੂ ਮਾਡਲ? ਕਿ ਜਦੋਂ ਇਲੈਕਟ੍ਰੋਨ ਇੱਕ ਵਿਸ਼ੇਸ਼ ਪਥ ਵਿੱਚ ਚੱਕਰ ਲਗਾਉਂਦੇ ਹਨ ਤਾਂ ਉਹਨਾਂ ਦੀ ਊਰਜਾ ਦਾ ਵਿਕਰਨ ਨਹੀਂ ਹੁੰਦਾ। ਵਿਸ਼ੇਸ਼ ਨਿਸ਼ਚਿਤ ਔਰਬਿਟਾਂ ਨੂੰ K, L, M ਅਤੇ N ਆਦਿ ਦਾ ਨਾਮ ਦਿੱਤਾ ਜਾਂਦਾ ਹੈਗਾ। ਇੱਥੇ ਔਰਬਿਟ ਦਾ ਕੀ ਮਤਲਬ ਬੱਚੇ? ਜਿਹੜੀ ਪਰਮਾਣੂ ਦੀਆਂ ਵੱਖ-ਵੱਖ ਸ਼ੈਲਾਂ ਨੇ। ਸਭ ਤੋਂ ਅੰਦਰਲੀ ਸ਼ੈਲ ਨੂੰ K ਸ਼ੈਲ, ਉਸ ਤੋਂ ਬਾਹਰਲੀ ਸ਼ੈਲ ਨੂੰ L ਸ਼ੈਲ, ਉਸ ਤੋਂ ਬਾਹਰਲੀ ਸ਼ੈਲ ਨੂੰ M ਸ਼ੈਲ ਅਤੇ ਉਸ ਤੋਂ ਬਾਹਰਲੀ ਸ਼ੈਲ ਨੂੰ ਕੀ ਹੈਗਾ? N ਸ਼ੈਲ ਦਾ ਨਾਮ ਦਿੱਤਾ ਜਾਂਦਾ ਹੈ ਜੋ N = 1 2 3 4 ਨੂੰ ਦਰਸਾਉਂਦੇ ਹਨ। ਹਾਂਜੀ, N ਜਿਹੜਾ ਛੋਟਾ n ਲਿਖਿਆ ਹੈਗਾ ਇਹ ਕੀ ਹੈਗਾ? ਜੇ 1 ਹੈਗਾ ਤਾਂ ਪਹਿਲੀ ਸ਼ੈਲ, ਜੇ N 2 ਹੈ ਤਾਂ ਦੂਜੀ ਸ਼ੈਲ, ਜੇ N 3 ਹੈ ਤਾਂ ਤੀਜੀ ਸ਼ੈਲ, ਜੇ N 4 ਹੈ ਤਾਂ ਚੌਥੀ ਸ਼ੈਲ ਨੂੰ ਇਹ ਦਰਸਾਉਂਦੇ ਨੇ। ਹਾਂਜੀ, ਅੱਗੇ ਦੇਖੋ ਕਿਸੇ ਧੁਨੀ ਤਰੰਗ ਦੀ ਤਰੰਗ ਲੰਬਾਈ, ਆਵ੍ਰਿਤੀ, ਆਵਰਤ ਕਾਲ ਅਤੇ ਆਯਾਮ ਤੋਂ ਕੀ ਭਾਵ ਹੈ? ਹੁਣ ਬੱਚੇ ਤੁਸੀਂ ਇਹਨਾਂ ਦੀ ਡੈਫੀਨੇਸ਼ਨ ਦੇਣੀ ਹੈ। ਪਹਿਲੀ ਦੇਖੋ ਤਰੰਗ ਲੰਬਾਈ।
ਦੋ ਕ੍ਰਮਵਾਰ ਨਪੀੜਨਾ ਜਾਂ ਦੋ ਕ੍ਰਮਵਾਰ ਨਿਖੇੜਨਾ ਦੇ ਵਿਚਕਾਰ ਦੀ ਦੂਰੀ ਨੂੰ ਤਰੰਗ ਲੰਬਾਈ ਕਹਿੰਦੇ ਨੇ। ਤਰੰਗ ਲੰਬਾਈ ਦੀ ਇਕਾਈ ਕੀ ਆ ਬੱਚੇ? ਮੀਟਰ। ਹਾਂਜੀ, ਇਸ ਨੂੰ ਅਸੀਂ ਲੈਂਬਡਾ ਸ਼ਬਦ ਦੇ ਨਾਲ ਦਰਸਾਉਂਦੇ ਹਾਂਗੇ। ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ, ਤਰੰਗ ਲੰਬਾਈ ਹੈ ਜਿਹੜੀ ਇਹਦੇ ਅੱਗੇ ਜਿਹੜਾ ਸਾਈਨ ਹੈ ਇਹਨੂੰ ਕੀ ਕਹਿੰਦੇ ਅਸੀਂ? ਲੈਂਬਡਾ। ਹਾਂਜੀ ਬੱਚੇ, ਇਸ ਤੋਂ ਬਾਅਦ ਦੇਖੋ ਆਵ੍ਰਿਤੀ। ਹੁਣ ਆਵ੍ਰਿਤੀ ਕੀ ਹੁੰਦੀ ਹੈ? ਇਕਾਈ ਸਮੇਂ ਵਿੱਚ ਕਿਸੇ ਬਿੰਦੂ ਵਿੱਚੋਂ ਲੰਘ ਰਹੇ ਡੋਲਣਾ ਦੀ ਸੰਖਿਆ ਨੂੰ ਆਵ੍ਰਿਤੀ ਕਹਿੰਦੇ ਨੇ। ਆਵ੍ਰਿਤੀ ਦੀ ਇਕਾਈ ਕੀ ਹੁੰਦੀ ਹੈ ਬੱਚੇ? ਹਰਟਜ਼। ਇਸ ਨੂੰ ਵੱਡਾ ਐਚ ਅਤੇ ਛੋਟੇ ਜ਼ੈਡ ਦੇ ਨਾਲ ਅਸੀਂ ਪ੍ਰਦਰਸ਼ਿਤ ਕਰਦੇ ਹਾਂ। ਹਾਂਜੀ ਬੱਚੇ, ਅੱਗੇ ਆ ਗਿਆ ਆਵਰਤ ਕਾਲ, ਜਿਹਨੂੰ ਆਪਾਂ ਟਾਈਮ ਪੀਰੀਅਡ ਕਹਿ ਦਿੰਦੇ ਹਾਂ ਇੰਗਲਿਸ਼ ਦੇ ਵਿੱਚ। ਹਾਂਜੀ, ਆਵਰਤ ਕਾਲ, ਇਹਦਾ ਸੰਕੇਤ ਕੀ ਹੈ? ਕੈਪੀਟਲ ਟੀ। ਹਾਂਜੀ, ਆਵਰਤ ਕਾਲ ਕੀ ਹੈ? ਕਿਸੇ ਬਿੰਦੂ ਵਿੱਚੋਂ ਦੋ ਲਗਾਤਾਰ ਨਪੀੜਨਾ ਜਾਂ ਨਿਖੇੜਨਾ ਦੇ ਲੰਘਣ ਵਿੱਚ ਲੱਗੇ ਸਮੇਂ ਨੂੰ ਆਵਰਤ ਕਾਲ ਕਹਿੰਦੇ ਹਨ। ਆਵਰਤ ਕਾਲ ਦੀ ਇਕਾਈ ਕੀ ਹੈ ਬੱਚੇ? ਸੈਕਿੰਡ। ਹਾਂਜੀ ਬੱਚੇ, ਇਸ ਤੋਂ ਬਾਅਦ ਆ ਗਿਆ ਆਯਾਮ ਜਾਂ ਐਂਪਲੀਟਿਊਡ। ਆਯਾਮ ਕੀ ਹੁੰਦਾ ਹੈ? ਕਿਸੇ ਮਾਧਿਅਮ ਵਿੱਚ ਮੱਧ ਸਥਿਤੀ ਦੇ ਦੋਵੇਂ ਪਾਸੇ ਅਧਿਕਤਮ ਵਿਸਥਾਪਨ ਨੂੰ ਤਰੰਗ ਦਾ ਆਯਾਮ ਕਹਿੰਦੇ ਹਨ। ਇਸ ਦੀ ਇਕਾਈ ਕੀ ਹੈ ਬੱਚੇ? ਮੀਟਰ। ਹਾਂਜੀ, ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ, ਕਿਸੇ ਧੁਨੀ ਸਰੋਤ ਦੀ ਆਵ੍ਰਿਤੀ 100 ਹਰਟਜ਼ ਹੈ। 1 ਮਿੰਟ ਵਿੱਚ ਇਹ ਕਿੰਨੀ ਵਾਰ ਕੰਪਨ ਕਰੇਗਾ? ਹਾਂਜੀ, ਆਵ੍ਰਿਤੀ ਆਪਾਂ ਨੂੰ ਕਿੰਨੀ ਦਿੱਤੀ ਹੋਈ ਹੈ? 100 ਹਰਟਜ਼। 1 ਸੈਕਿੰਡ ਵਿੱਚ ਕੰਪਨਾਂ ਦੀ ਗਿਣਤੀ ਕਿੰਨੀ ਹੈਗੀ? 100। ਤਾਂ 60 ਸੈਕਿੰਡ ਵਿੱਚ ਕੰਪਨਾਂ ਦੀ ਗਿਣਤੀ ਕਿੰਨੀ ਹੈ? 100 × 60 ਜਾਂ 100 × 60। ਤਾਂ 1 ਮਿੰਟ ਵਿੱਚ ਕੰਪਨਾਂ ਦੀ ਗਿਣਤੀ ਕਿੰਨੀ ਹੋ ਜਾਏਗੀ ਬੱਚੇ? 6000। ਹਾਂਜੀ, ਅਗਲਾ ਪ੍ਰਸ਼ਨ ਦੇਖੋ, ਮਿੱਟੀ ਦੀ ਉਪਜਾਊ ਸ਼ਕਤੀ ਬਣਾਈ ਰੱਖਣ ਲਈ ਖਾਦਾਂ ਅਤੇ ਰਸਾਇਣਿਕ ਖਾਦਾਂ ਦੀ ਵਰਤੋਂ ਦੀ ਤੁਲਨਾ ਕਰੋ। ਹਾਂਜੀ, ਹੁਣ ਇੱਕ ਪਾਸੇ ਆਪਾਂ ਨੇ ਦੇਸੀ ਖਾਦ ਲਿਖ ਲਈਆਂ, ਦੂਜੇ ਪਾਸੇ ਆਪਾਂ ਨੇ ਰਸਾਇਣਿਕ ਖਾਦਾਂ ਲਿਖ ਲਈਆਂ। ਪਹਿਲਾਂ ਦੇਖੋ ਦੇਸੀ ਖਾਦਾਂ, ਇਹ ਜੈਵਿਕ ਪਦਾਰਥ ਹੁੰਦੀਆਂ ਹਨ। ਕਹਿਣ ਦਾ ਭਾਵ ਕੀ ਹੈ ਵੀ ਇਹ ਜੈਵਿਕ ਪਦਾਰਥਾਂ ਦੀ ਰਹਿੰਦ ਖੂੰਹਦ ਤੋਂ ਬਣਦੀਆਂ ਨੇ, ਜਦਕਿ ਰਸਾਇਣਿਕ ਖਾਦਾਂ ਨੇ ਇਹ ਅਜੈਵਿਕ ਪਦਾਰਥ ਹਨ। ਦੇਸੀ ਖਾਦਾਂ ਇਹ ਮਿੱਟੀ ਨੂੰ ਮੱਲੜ ਪ੍ਰਦਾਨ ਕਰਦੀਆਂ ਨੇ, ਜਦਕਿ ਜਿਹੜੀਆਂ ਰਸਾਇਣਿਕ ਖਾਦਾਂ ਨੇ ਇਹ ਮਿੱਟੀ ਨੂੰ ਮੱਲੜ ਪ੍ਰਦਾਨ ਨਹੀਂ ਕਰਦੀਆਂ। ਦੇਸੀ ਖਾਦਾਂ ਨੇ ਜਿਹੜੀਆਂ ਇਹ ਭੌਂ ਖੋਰ ਨੂੰ ਘਟਾਉਂਦੀਆਂ ਨੇ, ਜਦਕਿ ਰਸਾਇਣਿਕ ਖਾਦਾਂ ਨੇ ਜਿਹੜੀਆਂ ਇਹ ਭੌਂ ਖੋਰ ਨੂੰ ਨਹੀਂ ਘਟਾਉਂਦੀਆਂ। ਦੇਸੀ ਖਾਦਾਂ ਨੇ ਇਹ ਪੌਦਿਆਂ ਅਤੇ ਹੋਰ ਜੀਵਾਂ ਦੀ ਰਹਿੰਦ ਖੂੰਹਦ ਤੋਂ ਤਿਆਰ ਹੁੰਦੀਆਂ ਨੇ, ਜਦਕਿ ਰਸਾਇਣਿਕ ਖਾਦਾਂ ਨੇ ਜਿਹੜੀਆਂ ਇਹ ਫੈਕਟਰੀਆਂ ਦੇ ਵਿੱਚ ਰਸਾਇਣਾਂ ਤੋਂ ਤਿਆਰ ਕੀਤੀਆਂ ਜਾਂਦੀਆਂ ਹਨ। ਹਾਂਜੀ, ਦੇਸੀ ਖਾਦਾਂ ਨੇ ਜਿਹੜੀਆਂ ਇਹਨਾਂ ਵਿੱਚ ਪੋਸ਼ਕ ਤੱਤ ਘੱਟ ਮਾਤਰਾ 'ਚ ਮੌਜੂਦ ਹੁੰਦੇ ਨੇ, ਜਦਕਿ ਜਿਹੜੀਆਂ ਰਸਾਇਣਿਕ ਖਾਦਾਂ ਨੇ ਇਹਨਾਂ ਵਿੱਚ ਕੋਈ ਖਾਸ ਪੋਸ਼ਕ ਤੱਤ ਵੱਧ ਮਾਤਰਾ ਵਿੱਚ ਮੌਜੂਦ ਹੁੰਦੇ ਹਨ। ਤਾਂ ਅਸੀਂ ਕਹਿ ਸਕਦੇ ਹਾਂ ਵੀ ਜਿਹੜੀਆਂ ਰਸਾਇਣਿਕ ਖਾਦਾਂ ਨੇ ਇਹ ਅਸੀਂ ਇਸ ਢੰਗ ਨਾਲ ਤਿਆਰ ਕਰਦੇ ਹਾਂ ਕਿ ਜਿਹੜੇ ਪੋਸ਼ਕ ਤੱਤ ਸਾਨੂੰ ਜ਼ਿਆਦਾ ਮਾਤਰਾ 'ਚ ਚਾਹੀਦੇ ਨੇ, ਅਸੀਂ ਰਸਾਇਣਿਕ ਖਾਦਾਂ ਦੇ ਵਿੱਚ ਉਹ ਪੋਸ਼ਕ ਤੱਤ ਜ਼ਿਆਦਾ ਮਾਤਰਾ ਦੇ ਵਿੱਚ ਪਾ ਸਕਦੇ ਹਾਂ, ਜਦਕਿ ਦੇਸੀ ਖਾਦਾਂ ਦੇ ਵਿੱਚ ਜਿਹੜੇ ਪੋਸ਼ਕ ਤੱਤ ਨੇ ਉਹ ਘੱਟ ਮਾਤਰਾ ਦੇ ਵਿੱਚ ਹੁੰਦੇ ਨੇ। ਹਾਂਜੀ ਬੱਚੇ, ਜਿਹੜੀਆਂ ਦੇਸੀ ਖਾਦਾਂ ਨੇ ਇਹ ਮਿੱਟੀ ਦੀ ਉਪਜਾਊ ਸ਼ਕਤੀ ਬਣਾਈ ਰੱਖਦੀਆਂ ਨੇ, ਜਦਕਿ ਜਿਹੜੀਆਂ ਰਸਾਇਣਿਕ ਖਾਦਾਂ ਨੇ ਇਹ ਲੰਬੇ ਸਮੇਂ ਤੱਕ ਇਹਨਾਂ ਦੀ ਵਰਤੋਂ ਹੈ ਜਿਹੜੀ ਉਹ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਘਟਾ ਦਿੰਦੀ ਹੈ। ਹਾਂਜੀ ਬੱਚੇ, ਅਗਲਾ ਪ੍ਰਸ਼ਨ ਦੇਖੋ, ਅੰਤਰ ਫਸਲੀ ਅਤੇ ਫਸਲੀ ਚੱਕਰ ਅਪਣਾਉਣ ਦੇ ਕੀ ਲਾਭ ਹਨ? ਹਾਂਜੀ, ਪਹਿਲਾਂ ਦੇਖੋ ਅੰਤਰ ਫਸਲੀ ਅਪਣਾਉਣ ਦੇ ਲਾਭ। ਅੰਤਰ ਫਸਲੀ ਪ੍ਰਣਾਲੀ ਵਿੱਚ ਦੋ ਜਾਂ ਵੱਧ ਫਸਲਾਂ ਨੂੰ ਇੱਕ ਹੀ ਖੇਤ ਵਿੱਚ ਇਕੱਠਿਆਂ ਉਗਾਇਆ ਜਾਂਦਾ ਹੈ। ਇਸ ਨਾਲ ਕੀ ਹੁੰਦਾ ਹੈ? ਇਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਹੈ ਜਿਹੜੀ ਉਹ ਬਣੀ ਰਹਿੰਦੀ ਹੈ। ਇਸ ਨਾਲ ਫਸਲਾਂ ਬਿਮਾਰੀਆਂ ਅਤੇ ਪੀੜਕਾਂ ਆਦਿ ਤੋਂ ਬਚੀਆਂ ਰਹਿੰਦੀਆਂ ਨੇ ਅਤੇ ਵੱਧ ਪੈਦਾਵਾਰ ਪ੍ਰਾਪਤ ਹੁੰਦੀ ਹੈ। ਤੇ ਦੂਸਰਾ ਹੈ ਆਪਣਾ ਫਸਲੀ ਚੱਕਰ ਅਪਣਾਉਣ ਦੇ ਲਾਭ। ਫਸਲੀ ਚੱਕਰ ਵਿੱਚ ਵੱਖ-ਵੱਖ ਫਸਲਾਂ ਨੂੰ ਇੱਕੋ ਹੀ ਖੇਤ ਵਿੱਚ ਵਾਰੀ-ਵਾਰੀ ਉਗਾਇਆ ਜਾਂਦਾ ਹੈ। ਇਸ ਨਾਲ ਇੱਕ ਸਾਲ ਵਿੱਚ 2 ਜਾਂ 3 ਫਸਲਾਂ ਦਾ ਉਤਪਾਦਨ ਕੀਤਾ ਜਾ ਸਕਦਾ ਹੈ।
ਇਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਬਣੀ ਰਹਿੰਦੀ ਹੈ ਅਤੇ ਮਿੱਟੀ ਦਾ ਰਸਾਇਣਿਕ ਸੁਭਾਅ ਵੀ ਨਹੀਂ ਬਦਲਦਾ। ਹਾਂਜੀ ਬੱਚੇ, ਅੱਜ ਆਪਾਂ ਨੇ ਕਲਾਸ 9ਵੀਂ ਦਾ ਸਾਇੰਸ ਵਿਸ਼ੇ ਦਾ ਜਿਹੜਾ ਤੁਹਾਡਾ ਪ੍ਰੀ ਬੋਰਡ ਹੋਣਾਗਾ ਉਸ ਦੇ ਸੰਬੰਧ ਦੇ ਵਿੱਚ ਆਪਾਂ ਨੇ 9th ਕਲਾਸ ਦਾ ਇੱਕ ਸੈਂਪਲ ਪੇਪਰ ਜਿਹੜਾ ਹੈਗਾ ਉਸ ਨੂੰ ਅੱਜ ਆਪਾਂ ਨੇ ਸੋਲਵ ਕੀਤਾ ਹੈ। ਤਾਂ ਬੱਚੇ ਇਸ ਨਾਲ ਤੁਹਾਨੂੰ ਪਤਾ ਲੱਗ ਜਾਂਦਾ ਹੈਗਾ ਕਿ ਪੇਪਰ ਦੇ ਵਿੱਚ ਕਿਸ ਤਰ੍ਹਾਂ ਦੇ ਕੁਐਸਚਨ ਆਉਣਗੇ ਅਤੇ ਕਿੰਨੇ ਨੰਬਰ ਦੇ ਕੁਐਸਚਨ ਆਉਣਗੇ। ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਸੀਗਾ ਕਿ ਜਿਹੜੇ ਪਹਿਲੇ ਪ੍ਰਸ਼ਨ ਸੀਗੇ ਭਾਗ ਊੜੇ ਦੇ ਵਿੱਚ ਜਿਹੜੇ ਪ੍ਰਸ਼ਨ ਸੀਗੇ ਉਹ ਹਰ ਇੱਕ 2 ਨੰਬਰ ਦਾ ਸੀਗਾ। ਭਾਗ ਆੜੇ ਦੇ ਵਿੱਚ ਜਿਹੜੇ ਪ੍ਰਸ਼ਨ ਨੇਗੇ ਉਹ 3 ਨੰਬਰ ਦੇ ਨੇ, ਅਤੇ ਜਿਹੜੇ ਭਾਗ ਈਡੀ ਦੇ ਵਿੱਚ ਨੇ ਜਿਹੜੇ ਉਹ ਕਿੰਨੇ ਨੰਬਰ ਦੇ ਨੇ ਬੱਚੇ, ਉਹ 4 ਨੰਬਰ ਦੇ ਨੇ। ਅਤੇ ਜਿਹੜਾ ਆਪਣਾ ਈਡੀ ਦਾ ਭਾਗ ਹੈਗਾ ਉਹਦੇ ਵਿੱਚ ਤੁਹਾਨੂੰ 6 ਪ੍ਰਸ਼ਨ ਹੋਣਗੇ। 2 ਪ੍ਰਸ਼ਨਾਂ ਦੇ ਵਿੱਚ ਤੁਹਾਨੂੰ ਚੁਆਇਸ ਹੋਏਗੀ ਅਤੇ ਉਹ 2 ਪ੍ਰਸ਼ਨਾਂ ਦੇ ਵਿੱਚੋਂ ਤੁਸੀਂ ਕੋਈ ਇੱਕ ਕਰਨਾ ਹੈਗਾ। ਤਾਂ ਇਸ ਤਰ੍ਹਾਂ ਜਿਹੜਾ ਤੁਹਾਡਾ ਭਾਗ ਈਡੀ ਹੈ ਉਸ ਦੇ ਵਿੱਚੋਂ ਤੁਸੀਂ ਕਿੰਨੇ ਕੁਐਸਚਨ ਕਰਨੇ ਆ, 3। ਤਾਂ ਬੱਚੇ ਇਹ ਸੀ ਆਪਣਾ ਅੱਜ ਦਾ 9th ਕਲਾਸ ਦਾ ਸੈਂਪਲ ਪੇਪਰ, ਜਿਸ ਨਾਲ ਕਿ ਤੁਹਾਨੂੰ ਇਹ ਅੰਦਾਜ਼ਾ ਹੋ ਜਾਏਗਾ ਕਿ ਜਿਹੜਾ ਪ੍ਰੀ ਬੋਰਡ ਦਾ ਪੇਪਰ ਹੈ ਉਹ ਕਿਸ ਤਰ੍ਹਾਂ ਦਾ ਹੋ ਸਕਦਾ। ਤਾਂ ਬੱਚੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦੇ ਇਹ ਪ੍ਰਸ਼ਨ ਉੱਤਰ ਨੇ ਜਿਹੜੇ ਉਹ ਸਮਝ ਆ ਗਏ ਹੋਣਗੇ। ਅਤੇ ਅੱਜ ਦੀ ਇਸ ਵੀਡੀਓ ਨੂੰ ਦੇਖਣ ਦੇ ਲਈ ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।